ਠੋਕਰ ਠੋਕਰ ਖਾ ਕੇ ਉੱਠੀਏ, ਬੱਲਿਆਂ ਪੈਰ ਪਿੱਛੇ ਨਾ ਪੱਟੀਏ। ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ, ਟੌਰ ਦੇਖ ਕੇ ਹਿੱਕ ਲੋਕਾਂ ਦੀ ਰੜਦੀ ਹੁੰਦੀ ਆ। ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ। ਦੇਸ਼ ਪ੍ਰਦੇਸ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੈਡ ਐਫਐਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਇਸ਼ਿਤਾ ਭਾਰਦਵਾਜ ਵੱਲੋਂ ਸਵਾਗਤ ਹੈ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਹਰਦੀਪ ਗਰੇਵਾਲ ਜੀ। ਇਹ ਆਪਣੀ ਫਿਲਮ ਤੁਣਕਾ ਤੁਣਕਾ ਲੈ ਕੇ ਹਾਜ਼ਰ ਹੋਏ ਨੇ ਔਰ ਇਹਨਾਂ ਦੀ ਕਹਿ ਲਈਏ ਕਿ ਸਪਾਈਨ ਚਿਲਿੰਗ ਜਿਹੜਾ ਅੱਜ ਆਪਾਂ ਨੂੰ ਟ੍ਰੇਲਰ ਦਿਖਣ ਨੂੰ ਮਿਲਿਆ ਹੈ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇਹਨਾਂ ਦਾ ਸਵਾਗਤ। ਸਰ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ। ਸਰ ਤੁਹਾਡਾ ਇੰਨਾ ਵਧੀਆ ਟ੍ਰੇਲਰ ਔਰ ਤੁਸੀਂ weight loss ਕੀਤਾ, ਫਿਰ weight gain ਕੀਤਾ, ਆਪਾਂ ਤੁਹਾਡੀ ਸਟੋਰੀ ਸਾਰੀਆਂ ਸੁਣੀਆਂ। ਸਰ ਸਭ ਤੋਂ ਪਹਿਲਾਂ ਜੇ ਆਪਾਂ ਪਿੱਛੇ ਤੇ ਝਾਤ ਪਾਈਏ ਤਾਂ ਤੁਸੀਂ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਪਹਿਲਾਂ ਤੁਸੀਂ ਜੌਬ ਕਰਦੇ ਸੀ ਹੈ ਨਾ, ਫਿਰ ਤੁਸੀਂ ਸਿੰਗਿੰਗ ਦੇ ਵੱਲ ਆਏ ਕਿਉਂਕਿ ਤੁਹਾਡਾ ਉੱਥੇ ਧਿਆਨ ਜਿਹਾ ਨਹੀਂ ਲੱਗਿਆ, ਤੁਹਾਨੂੰ ਲੱਗਿਆ ਕਿ ਸਿੰਗਿੰਗ ਦੇ ਲਈ ਤੁਸੀਂ ਬਣੇ ਹੋ। ਉਸ ਜਰਨੀ ਦੇ ਬਾਰੇ ਸਾਨੂੰ ਜ਼ਰੂਰ ਦੱਸੋ। ਬੜੀ ਨੋਰਮਲ ਤੇ ਸਿੰਪਲ ਜਰਨੀ ਜਿਵੇਂ ਆਮ ਹਰੇਕ ਬੱਚੇ ਦੀ ਹੁੰਦੀ ਆ ਜੀ। ਪੜ੍ਹਾਈ ਕਰਨੀ, ਪੜ੍ਹਾਈ ਤੋਂ ਬਾਅਦ ਹੋਰ ਪੜ੍ਹਾਈ ਕਰਨੀ, ਉਸ ਤੋਂ ਬਾਅਦ ਹੋਰ ਪੜ੍ਹਾਈ ਕਰਨੀ, ਦੈਨ ਉਸ ਤੋਂ ਬਾਅਦ ਉਹਦੇ ਪੇਰੈਂਟਸ ਕਹਿੰਦੇ ਆ ਵੀ ਕੰਮ ਕਰ ਲਾ ਜਾਂ ਜੌਬ ਕਰ ਲਾ। ਮੈਂ ਪੋਸਟ ਗ੍ਰੈਜੂਏਸ਼ਨ ਕਰ ਚੁੱਕਿਆ ਸੀ, ਐਮਟੈਕ ਕਰ ਚੁੱਕਿਆ ਸੀ। ਗਾਉਣ ਦਾ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਹੀ ਸੀਗਾ। ਦੈਨ ਆਫਟਰ ਦੈਟ ਆਪਸ਼ਨ ਤੁਹਾਡੇ ਕੋਲ ਇਹੀ ਰਹਿ ਜਾਂਦਾ ਕਿ ਤੁਸੀਂ ਐਜ਼ ਅ ਲੈਕਚਰਰ ਕਿਤੇ ਜੌਬ ਕਰ ਸਕਦੇ ਹੋ ਜੇ ਤੁਸੀਂ ਐਮਟੈਕ ਕੀਤੀ ਆ। ਮੈਂ ਫੜ ਲਈ ਉਹ ਜੌਬ। ਉਹ ਲੱਗਿਆ ਮੈਨੂੰ ਕਿ ਹਾਂ ਉਹ ਸੇਫਰ ਸਾਈਡ ਆ। ਨਹੀਂ ਮੇਰਾ ਮਨ ਲੱਗਿਆ ਕਿਉਂਕਿ ਮੇਰੀ ਚਿਣਕ ਸੀਗੀ ਪਹਿਲਾਂ ਤੋਂ ਹੀ, ਛੱਡਤੀ ਫਿਰ। ਹਾਂਜੀ। ਤੇ ਜਦੋਂ ਫਿਰ ਤੁਸੀਂ ਇਸ ਕਰੀਅਰ ਦੇ ਵੱਲ ਆਏ, ਕਿਤੇ ਤੁਹਾਨੂੰ ਲੱਗਿਆ ਕਿ ਪਤਾ ਨਹੀਂ ਯਾਰ ਸਕਸੈਸਫੁਲ ਹੋ ਪਾਊਂਗਾ ਕਿ ਨਹੀਂ ਹੋ ਪਾਊਂਗਾ? ਨਹੀਂ, ਪਤਾ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ ਆਈ ਥਿੰਕ, ਪਰ ਸਕਸੈਸਫੁਲ ਹੋਣਾ ਹੋਰ ਚੀਜ਼ ਹੁੰਦੀ ਆ, ਪਰ ਆਪਣਾ ਸੁਪਨਾ ਜਿਉਣਾ ਹੋਰ ਚੀਜ਼ ਹੁੰਦੀ ਆ। ਦਾ ਡੇ ਮੈਂ ਡੈਬਿਊ ਕੀਤਾ ਨਾ, ਉਸ ਵਕਤ ਮੈਂ ਖੁਸ਼ ਸੀਗਾ ਵੀ ਮੈਂ ਜੋ ਸਿੰਗਰ ਜੇ ਬਣਨਾ ਚਾਹੁੰਦਾ ਸੀ ਮੈਂ ਬਣ ਗਿਆ। ਦੈਟਸ ਇਟ। ਵੱਡਾ ਛੋਟਾ ਮੈਟਰ ਨਹੀਂ ਕਰਦਾ। ਦੇਖ ਖੁੱਲੀਆਂ ਅੱਖਾਂ ਦੇ ਨਾਲ ਸੁਪਨੇ, ਸੁੱਤਿਆਂ ਦੇ ਸਿਰਾਂ ਤੇ ਤਾਜ ਨਹੀਂ ਸਜਦੇ, ਇੱਦਾਂ ਦੀ ਇਹਨਾਂ ਦੇ ਸਤਰਾਂ ਬਹੁਤ ਖੂਬਸੂਰਤ ਲਿਖੀਆਂ ਨੇ। ਜਿਹੜੀ ਫਿਲਮ ਹੁਣ ਤੁਣਕਾ ਤੁਣਕਾ ਆ ਰਹੀ ਹੈ, ਸਰ ਰੀਜ਼ਨ ਕੀ, ਟਾਈਟਲ ਇਹ ਕਿਉਂ ਰੱਖਿਆ ਤੁਸੀਂ? ਟਾਈਟਲ ਜਿਹੜਾ ਮੇਰਾ ਪਹਿਲਾ ਗੀਤ ਸੀਗਾ ਜੀ, ਉਹਦਾ ਟਾਈਟਲ ਠੋਕਰ ਸੀ, ਪਰ ਉਹਨੂੰ ਤੁਣਕਾ ਤੁਣਕਾ ਦੇ ਨਾਮ ਤੋਂ ਜ਼ਿਆਦਾਤਰ ਲੋਕ ਜਾਣਦੇ ਆ। ਉਹੀ ਇੱਕ ਰੀਜ਼ਨ ਸੀ, ਉਹ ਵੀ ਮੇਰੀ ਸ਼ੁਰੂਆਤ ਸੀ, ਇਹ ਵੀ ਮੇਰੀ ਸ਼ੁਰੂਆਤ ਆ। ਸੋ ਮੈਨੂੰ ਲੱਗਿਆ ਕਿ ਇੱਕ ਮੋਟੀਵੇਸ਼ਨਲ ਚੀਜ਼ ਆ ਇਹ ਵੀ, ਸੋ ਤੁਣਕਾ ਤੁਣਕਾ ਤੋਂ ਕਿਉਂ ਨਾ ਸ਼ੁਰੂ ਕੀਤਾ ਜਾਵੇ। ਸਰ ਤੁਸੀਂ ਹਮੇਸ਼ਾ ਤੁਹਾਨੂੰ ਦੇਖਿਆ ਗਿਆ ਤੁਸੀਂ ਮੋਟੀਵੇਸ਼ਨਲ ਚੀਜ਼ਾਂ ਲੈ ਕੇ ਆ ਰਹੇ ਹੋ। ਆ ਜਾ ਜ਼ਿੰਦਗੀ ਤੁਹਾਡਾ ਇੰਨਾ ਫੇਮਸ ਹੋਇਆ ਔਰ ਹੁਣ ਜਿਹੜੀ ਇਹ ਫਿਲਮ ਹੈਗੀ ਹੈ 7 ਇੰਟਰਨੈਸ਼ਨਲ ਜਿਹੜੇ ਅਵਾਰਡਸ ਇਹਨਾਂ ਦੀ ਝੋਲੀ ਪਏ ਨੇ ਹੈ ਨਾ, ਔਰ ਸਕਰੀਨ ਬਹੁਤ ਵਧੀਆ ਹੋਈ। ਹੁਣ ਨੈਸ਼ਨਲ ਅਵਾਰਡ ਲੈਣ ਦੀ ਤਿਆਰੀ ਹੈ? ਨਹੀਂ, ਅਵਾਰਡਸ ਲਈ ਤਾਂ ਅਸੀਂ ਪਹਿਲਾਂ ਵੀ ਨਹੀਂ ਸੀ ਸੋਚਿਆ। ਮੈਂ ਤੁਹਾਨੂੰ ਐਵੇਂ ਸੱਚੀ ਦੱਸਾਂ ਕਿ ਅਸੀਂ ਇਸ ਅਵਾਰਡ ਲਈ ਫਿਲਮ ਬਣਾਉਣੀ ਆ। ਸਿਨੇਮਾ ਬਣਾਉਣ ਦੀ, ਵਧੀਆ ਸਿਨੇਮਾ ਬਣਾਉਣ ਦੀ ਕੋਸ਼ਿਸ਼ ਸੀ। ਜੇ ਕੰਮ ਕਰਨਾ ਤਾਂ ਵਧੀਆ ਹੀ ਕਰਨਾ। ਚਲੋ ਤੁਸੀਂ ਐਂ ਸਮਝੋ ਵੀ ਲੋਕਡਾਊਨ ਲੱਗ ਗਿਆ, ਦੈਟਸ ਵਾਈ ਅਸੀਂ ਸੋਚਿਆ ਕਿ ਚਲੋ ਹੁਣ ਮੂਵੀ ਸਾਡੀ ਕੰਪਲੀਟ ਆ, ਇੰਟਰਨੈਸ਼ਨਲ ਫੈਸਟੀਵਲਸ 'ਚ ਭੇਜੀ ਤੇ ਇਹ ਵੀ ਭੇਜ ਦਾਂਗੇ। ਬਾਕੀ ਦੇਖੋ ਪ੍ਰਮਾਤਮਾ ਕੀ ਚਾਹੁੰਦਾ। ਹਾਂਜੀ ਸਰ, ਬਾਲ ਕਲਾਕਾਰ ਨੇ ਜਿਹੜੇ ਤੁਹਾਡੇ ਛੋਟੇ ਹੁੰਦੇ ਦਾ ਰੋਲ ਨਿਭਾਇਆ ਹੈਗਾ, ਬਹੁਤ ਹੀ ਉਮਦਾ ਕਲਾਕਾਰ। ਜਦੋਂ ਤੁਸੀਂ ਕਿਵੇਂ ਚੁਣਿਆ ਕਿ ਇਹੀ ਮੇਰਾ ਜਿਹੜਾ ਛੋਟੇ ਹੁੰਦੇ ਦਾ ਰੋਲ ਨਿਭਾਏਗਾ ਤੇ ਕਿਵੇਂ ਜਿਹਾ ਰਿਹਾ ਉਹ ਪ੍ਰੋਸੈਸ? ਜਦੋਂ ਲਿਖ ਵੀ ਰਹੇ ਸੀ ਨਾ, ਉਦੋਂ ਵੀ ਸਮੀਪ ਦਾ ਹੀ ਮੇਰੇ ਮਾਈਂਡ 'ਚ ਸੀਗਾ, ਕਿਉਂਕਿ ਐਕਟਰ ਹੋਣਾ ਬਹੁਤ ਵਧੀਆ ਗੱਲ ਹੁੰਦੀ ਆ, ਪਰ ਏਜ ਦੇ ਹਿਸਾਬ ਨਾਲ ਮੈਚਿਓਰਟੀ ਹੋਣਾ ਉਨੀ ਜ਼ਿਆਦਾ ਉਹ ਬਹੁਤ, ਤੁਸੀਂ ਸੁਣਿਆ ਹੀ ਆ ਹੁਣ ਜਵਾਬ ਦਿੰਦੇ ਨੇ ਉਹਨੂੰ। ਸੈੱਟ 'ਤੇ ਜਦੋਂ ਉਹਨੇ ਆਉਣਾ ਵੀ ਹੁੰਦਾ ਸੀ, ਸਮੀਪ ਨੇ ਖੁਦ ਆਪ ਕੋਆਰਡੀਨੇਟ ਕਰਦਾ ਸੀ। ਉਹਦੇ ਪੇਰੈਂਟਸ ਕੋਆਰਡੀਨੇਟ ਨਹੀਂ ਕਰਦੇ, ਖੁਦ ਕੋਆਰਡੀਨੇਟ ਕਰਦਾ ਉਹ। ਮੇਰਾ ਕਾਲ ਟਾਈਮ ਕਿੰਨੇ ਵਜੇ ਦਾ, ਉਨੇ ਟਾਈਮ 'ਤੇ ਖੁਦ ਪਹੁੰਚਦਾ ਉਹ। ਇੰਨਾ ਰਿਸਪੌਂਸਿਬਲ ਆ ਉਹ। ਐਕਟਰ ਵੀ ਵਧੀਆ ਅਤੇ ਰਿਸਪੌਂਸਿਬਲ ਵੀ ਆ। ਤੇ ਹੁਣ ਆਪਾਂ ਹਰਦੀਪ ਗਰੇਵਾਲ ਜੀ ਨਾਲ ਬਣੇ ਹੋਏ ਆ ਸਰ, ਇਹ ਅਨਫੇਅਰ ਹੋਏਗਾ ਆਡੀਅנס ਦੇ ਲਈ ਜੇ ਤੁਹਾਡੀ ਆਵਾਜ਼ ਦੇ ਵਿੱਚ ਉਹਨੇ ਤੁਣਕਾ ਤੁਣਕਾ ਨਾ ਸੁਣਿਆ ਤੇ। ਹਾਂਜੀ। ਠੋਕਰ ਠੋਕਰ ਖਾ ਕੇ ਉੱਠੀਏ, ਬੱਲਿਆਂ ਪੈਰ ਪਿੱਛੇ ਨਾ ਪੱਟੀਏ। ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ, ਟੌਰ ਦੇਖ ਕੇ ਹਿੱਕ ਲੋਕਾਂ ਦੀ ਰੜਦੀ ਹੁੰਦੀ ਆ। ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ। ਸਰ ਤੁਸੀਂ ਸੱਚੀ ਮੇਰੇ ਰੌਂਗਟੇ ਖੜੇ ਹੋ ਗਏ ਸੀ ਟ੍ਰੇਲਰ ਦੇਖ ਕੇ। ਇੰਨਾ weight loss ਕੀਤਾ, ਘਰਦਿਆਂ ਦਾ ਕੀ ਰਿਐਕਸ਼ਨ ਸੀ? ਅਸਲ 'ਚ ਮੈਂ ਘਰਦਿਆਂ ਨੂੰ ਜ਼ਿਆਦਾ ਦੱਸਦਾ ਹੀ ਨਹੀਂ ਹੁੰਦਾ ਜਦੋਂ ਮੈਂ ਕੋਈ ਕੰਮ ਕਰਦਾ, ਕਿਉਂਕਿ ਫਿਰ ਘਰ ਦੇ ਟੈਨਸ਼ਨ ਲੈ ਜਾਂਦੇ ਆ ਜਾਂ ਸੋਚਦੇ ਆ। ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਦਾ, ਮੇਰੀ ਆਦਤ ਆ ਸ਼ੁਰੂ ਤੋਂ। ਇਹ ਠੋਕਰ ਗਾਣੇ ਵੇਲੇ ਵੀ ਇੱਦਾਂ ਹੀ ਹੋਇਆ ਸੀਗਾ। ਇਸ ਫਿਲਮ ਲਈ ਮੈਂ weight ਘਟਾਉਂਦਾ ਗਿਆ, ਉਹਨਾਂ ਨੂੰ ਆਇਆ ਵੀ ਇਹਨੂੰ ਆਦਤ ਆ, ਇਹਨੇ ਕੁਛ ਕਰਨਾ ਹੋਣਾ, ਦੈਟਸ ਵਾਈ weight ਘਟਾ ਰਿਹਾ। ਪਰ ਉਦੋਂ ਕੱਪੜੇ ਪਾ ਕੇ ਰੱਖੀ ਦੇ ਸੀ ਘਰੇ, ਪੂਰੇ ਫੁੱਲ ਸਲੀਵ, ਅਤੇ ਨਾਲੇ ਵਾਲ ਸੀਗੇ, ਦਾੜੀ ਸੀ। ਪਰ ਜਦੋਂ ਫਸਟ ਡੇ ਮੈਂ ਸ਼ੂਟ ਕਰਕੇ ਘਰੇ ਵਾਪਸ ਆਇਆ, ਜਦੋਂ ਵਾਲ ਚੱਕੇ ਗਏ ਸਾਰੇ, ਫਿਰ ਜੋ ਉਹ ਪੇਰੈਂਟਸ ਨੂੰ ਮਹਿਸੂਸ ਹੁੰਦਾ ਤੁਸੀਂ ਸਮਝ ਸਕਦੇ ਹੋ। ਅਤੇ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ, ਕਹਿੰਦੇ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ।
ਸਰ ਸਰਦਾਰ ਸੋਹੀ ਜੀ ਦਾ ਰਿਐਕਸ਼ਨ ਸੀ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਗਿਆ ਕਿ ਗਲਿਸਰੀਨ ਪਾਣੀ ਹੈ, ਤੁਸੀਂ ਮੁੰਡੇ ਨੂੰ ਗੱਲ ਲਾ ਕੇ ਰੋਣਾ ਹੈਗਾ ਹੈ, ਲੇਕਿਨ ਉਹਨੇ ਕਿਹਾ ਗਲਿਸਰੀਨ ਪਾਉਣ ਦੀ ਲੋੜ ਹੀ ਨਹੀਂ ਪਈ, ਮੇਰਾ ਖੁਦ ਹੀ ਰੋਣਾ ਨਿਕਲ ਗਿਆ। ਇੰਨੇ ਚੈਲੰਜਿੰਗ ਸਰ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਹੁਣ ਤੁਸੀਂ, ਕਿਉਂਕਿ ਤੁਹਾਨੂੰ ਹੁਣ ਬਹੁਤ ਤੁਸੀਂ ਪ੍ਰੋਮਿਸਿੰਗ ਐਕਟਰ ਹੋ ਗਏ ਹੋ? ਨਹੀਂ, ਮੈਂ ਤਾਂ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਇੱਥੇ ਖੜਾ ਦੇਖਦਾ ਇਸ ਵਕਤ, ਕਿਤੇ ਨਹੀਂ ਦੇਖਦਾ। ਕੰਮ ਕਰਨਾ ਹੁੰਦਾ, ਸਾਡੀ ਜੌਬ ਹੁੰਦੀ ਆ ਨਾ, ਤੁਹਾਡੀ ਜੌਬ ਆ, ਮੇਰੀ ਜੌਬ ਆ। ਆਪਾਂ ਹਰੇਕ ਬੰਦਾ ਮਿਹਨਤ ਕਰਦਾ, ਉਹ ਕਿਸ ਤਰੀਕੇ ਕਰਦਾ ਬਸ ਜ਼ਰੀਏ ਅਲੱਗ-ਅਲੱਗ ਹੁੰਦੇ ਆ। ਮਿਹਨਤ ਤਾਂ ਆਪਣਾ ਫਰਜ਼ ਆ ਕਰਨਾ, ਆਈ ਥਿੰਕ। ਹਾਂਜੀ ਸਰ ਹੁਣ ਜਾਂਦੇ ਜਾਂਦੇ ਆਡੀਅנס ਨੂੰ ਤੁਸੀਂ ਸੁਨੇਹਾ ਦੇ ਦਿਓ, 5 ਅਗਸਤ ਨੂੰ ਫਿਲਮ ਜਿਹੜੀ ਰਿਲੀਜ਼ ਹੋ ਰਹੀ ਹੈਗੀ ਹੈ, ਫਿਲਮ ਦੇ ਵਿੱਚ ਕੀ ਦੇਖਣ ਨੂੰ ਮਿਲ ਸਕਦਾ ਜੋ ਥੀਏਟਰਸ ਦੇ ਵਿੱਚ ਜ਼ਰੂਰ ਆਣ? ਦੇਖੋ, ਫਿਲਮ ਦੇ ਵਿੱਚ ਪੋਜ਼ਿਟਿਵਿਟੀ ਦੇਖਣ ਨੂੰ ਮਿਲੂਗੀ ਤੁਹਾਨੂੰ। ਕੋਈ ਮੂਵਮੈਂਟ ਇਦਾਂ ਦਾ ਨਹੀਂ ਹੋਊ ਕਿ ਤੁਸੀਂ ਫੈਮਿਲੀ ਨਾਲ ਬੈਠੇ ਹੋ, ਤੁਹਾਨੂੰ ਮਤਲਬ ਥੋੜਾ ਜਿਹਾ ਅਨਕੰਫਰਟੇਬਲ ਨਹੀਂ ਤੁਸੀਂ ਫੀਲ ਕਰੋਗੇ 1% ਵੀ। ਫੈਮਿਲੀ ਨਾਲ ਜਾਓਗੇ, ਪਲੱਸ ਇਹ ਫੈਮਿਲੀ ਦੇ ਇਮੋਸ਼ਨਸ ਵੀ ਇਹਦੇ ਵਿੱਚ ਹੈਗੇ ਆ। ਜੇ ਇੱਕ ਬਾਪ ਤੇ ਬੇਟੇ ਦਾ ਵੀ ਇਹਦੇ 'ਚ ਰਿਲੇਸ਼ਨ ਹੈਗਾ, ਜਿਹੜਾ ਕੋਈ ਵੀ ਬੰਦਾ ਸਟਰਗਲ ਕਰ ਰਿਹਾ, ਕਿਸੇ ਵੀ ਖਿੱਤੇ 'ਚ ਸਟਰਗਲ ਕਰ ਰਿਹਾ, ਮੇਰੇ ਹਿਸਾਬ ਨਾਲ ਉਹਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਜਦੋਂ ਥੀਏਟਰ 'ਚੋਂ ਬਾਹਰ ਨਿਕਲਣਗੇ ਨਾ, ਤਾਂ ਇੱਕ ਪੋਜ਼ਿਟਿਵਿਟੀ ਜਿਹੜੀ ਕਿ ਆਪਣੀ ਸੁਸਾਇਟੀ ਨੂੰ ਇਸ ਵਕਤ ਲੋੜ ਬਹੁਤ ਆ, ਉਹ ਪੋਜ਼ਿਟਿਵਿਟੀ ਲੈ ਕੇ ਨਿਕਲਣਗੇ। ਥੈਂਕ ਯੂ ਸੋ ਮਚ। ਇਸ ਵੇਲੇ ਸਾਡੇ ਨਾਲ ਫਿਲਮ ਦੇ ਲੀਡ ਐਕਟਰ ਹਸ਼ਨੀਨ ਚੌਹਾਨ ਜੀ ਮੌਜੂਦ ਨੇ, ਇਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਮੈਮ ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਸੋ ਮਚ। ਮੈਮ ਯਾਰ ਜਿਗਰੀ ਕਸੂਤੀ ਡਿਗਰੀ ਇਹਨਾਂ ਦੀ ਬਹੁਤ ਹੀ ਹਿੱਟ ਵੈਬ ਸੀਰੀਜ਼ ਦਾ ਹਿੱਸਾ ਰਹੇ ਸੀਗੇ, ਔਰ ਇਹ ਇਹਨਾਂ ਦੀ ਡੈਬਿਊ ਫਿਲਮ ਹੈਗੀ ਹੈ ਜੋ ਸਿਨੇਮਾਸ ਦੇ ਵਿੱਚ ਹਿੱਟ ਕਰੇਗੀ। ਕਿਹੋ ਜਿਹਾ ਮੈਮ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਹੁਤ ਮਾਣ ਵਾਲੀ ਗੱਲ ਹੈ ਕਿ ਆਈ ਕੁਡ ਬੀ ਅ ਪਾਰਟ ਆਫ ਦਿਸ ਪ੍ਰੋਜੈਕਟ। ਐਂਡ ਇਹ ਤਾਂ ਅਸੀਂ ਬਿਲਕੁਲ ਵੀ ਨਹੀਂ ਸੋਚਿਆ ਸੀ ਕਿ ਲੋਕਡਾਊਨ ਤੋਂ ਬਾਅਦ ਇੱਕਦਮ ਇੱਦਾਂ ਫਰਸਟ ਰਿਲੀਜ਼ ਲੈ ਕੇ ਆਵਾਂਗੇ, ਅਤੇ ਬਹੁਤ ਐਕਸਾਈਟਿਡ ਵੀ ਹਾਂ, ਥੋੜ੍ਹੇ ਨਰਵਸ ਵੀ ਹਾਂ, ਬਟ ਹੋਪਿੰਗ ਫॉर द ਬੈਸਟ। ਔਰ ਮੈਮ ਜਦੋਂ ਤੁਸੀਂ ਇਹਨੇ ਐਸਟੈਬਲਿਸ਼ਡ ਐਕਟਰ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋ, ਸਰਦਾਰ ਸੋਹੀ ਜੀ ਦੇ ਨਾਲ, ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ। ਤੁਹਾਡੇ ਲਈ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਕੀ ਲਰਨਿੰਗ ਇੱਦਾਂ ਦੇ ਐਕਸਪੀਰੀਅੰਸਿਸ ਸੀਗੇ ਜੋ ਤੁਸੀਂ ਪਹਿਲੇ ਨਹੀਂ ਸੀ ਦੇਖੇ ਹੋਏ? ਜਦੋਂ ਵੀ ਅਸੀਂ ਕਿਸੇ ਵੀ ਕੋ ਐਕਟਰ ਦੇ ਨਾਲ ਕੰਮ ਕਰਦੇ, ਸਪੈਸ਼ਲੀ ਜਦੋਂ ਸੀਨੀਅਰ ਆਰਟਿਸਟ ਹੁੰਦੇ ਨੇ, ਤਾਂ ਉਹਨਾਂ ਕੋਲੋਂ ਸਿੱਖਣ ਲਈ ਜ਼ਰੂਰ ਕੁਛ ਨਾ ਕੁਛ ਮਿਲਦਾ ਹੈ। ਮੇਰਾ ਸਰਦਾਰ ਸੋਹੀ ਸਰ ਨਾਲ ਕੋਈ ਸਕਰੀਨ ਸਪੇਸ ਸ਼ੇਅਰਿੰਗ ਨਹੀਂ ਰਹੀ ਹੈਗੀ, ਕਿਉਂਕਿ ਸਾਡਾ ਸੀਨ ਕੋਈ ਇਕੱਠੇ ਨਹੀਂ ਸੀਗਾ, ਬਟ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸਰਦਾਰ ਸੋਹੀ ਸਰ ਪਾਰਟ ਨੇਗੇ ਸਾਡੇ ਪ੍ਰੋਜੈਕਟ ਦਾ। ਅਤੇ ਹਰਦੀਪ ਸਰ ਤੋਂ ਆਫਕੋਰਸ ਮੈਂ ਬਹੁਤ ਕੁਝ ਸਿੱਖਿਆ, ਕਿਉਂਕਿ ਉਹਨਾਂ ਦੀ ਮਿਹਨਤ ਬੋਲਦੀ ਹੈ ਅਤੇ ਉਹਨਾਂ ਦੀ ਡੈਡੀਕੇਸ਼ਨ ਬੋਲਦੀ ਹੈ, ਅਤੇ ਉਹ ਚੀਜ਼ ਨੂੰ ਦੇਖ ਕੇ ਹੀ ਆਪਦੇ ਆਪ ਵਿੱਚ ਇੱਦਾਂ ਮਹਿਸੂਸ ਹੁੰਦਾ ਕਿ ਬਸ ਮੇਰੇ ਕੈਰੈਕਟਰ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ, ਕਿ ਐਵੇਂ ਨਾ ਲੱਗੇ ਕਿ ਉਹਨਾਂ ਨੇ ਇੰਨੀ ਮਿਹਨਤ ਕੀਤੀ ਅਤੇ ਮੇਰੇ ਤੋਂ ਕਿਤੇ ਕੁਝ ਘੱਟ ਰਹਿ ਗਿਆ। ਤਾਂ ਮੈਮ ਜਿਵੇਂ ਹੁਣ ਧੁੰਮਾਂ ਪੈ ਰਹੀਆਂ ਨੇ ਕਿ ਉਹਨੇ weight loss ਕੀਤਾ, ਔਰ ਟ੍ਰੇਲਰ ਵੀ ਸਪਾਈਨ ਚਿਲਿੰਗ ਟ੍ਰੇਲਰ ਹੈਗਾ। ਜਦੋਂ ਤੁਸੀਂ ਸੈੱਟ 'ਤੇ ਆਉਂਦੇ ਸੀਗੇ ਤਾਂ ਇੱਦਾਂ ਕੁਝ ਲੱਗਦਾ ਸੀਗਾ ਕਿ ਅੱਜ ਹੁਣ ਮੈਂ ਮੋਟੀਵੇਸ਼ਨਲ ਇਹ ਥੋਟ ਲੈ ਕੇ ਜਾਣਾ ਹੋ ਕਿ ਫਿਲਮ ਹੀ ਮੋਟੀਵੇਸ਼ਨਲ ਹੈਗੀ ਹੈ, ਕਿਉਂਕਿ ਜਦੋਂ ਤੁਸੀਂ ਖੁਦ ਮੋਟੀਵੇਟਿਡ ਹੁੰਦੇ ਹੋ ਉਦੋਂ ਤੁਸੀਂ ਲੋਕਾਂ ਨੂੰ ਕਰ ਪਾਉਂਦੇ ਹੋ? ਜੀ ਬਿਲਕੁਲ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਰ ਨੂੰ ਦੇਖ ਕੇ ਮੈਨੂੰ ਐਂ ਹੁੰਦਾ ਸੀ ਵੀ ਮੇਰੇ ਤੋਂ ਕਦੇ ਕੁਝ ਘੱਟ ਨਾ ਹੋਵੇ, ਵੀ ਮੈਂ ਉਹਨਾਂ ਦੇ ਕੈਰੈਕਟਰ ਨੂੰ, ਉਹਨਾਂ ਦੀ ਫਿਲਮ ਨੂੰ ਜਸਟੀਫਾਈ ਕਰ ਸਕਾਂ ਜਿੰਨਾ ਮੇਰਾ ਪਾਰਟ ਹੈ ਉਸ ਚੀਜ਼ ਦੇ ਵਿੱਚ। ਹਾਲਾਂਕਿ ਜੋ ਮੇਰਾ ਰੋਲ ਸੀ ਉਹਦੇ ਵਿੱਚ, ਕਿਉਂਕਿ ਉਹ ਇੱਕ ਲਵ ਸਟੋਰੀ ਚੱਲ ਰਹੀ ਹੈ ਪੈਰਲਲ, ਉਹ ਇਨਫਲੂਐਂਸ ਕਰਦਾ ਉਹਨਾਂ ਦੀ ਲਾਈਫ ਨੂੰ, ਲੇਕਿਨ ਉਹ ਇੱਕ ਲਵ ਸਟੋਰੀ ਦੇ ਵਿੱਚ ਜਿਹੜੀ ਮਿਠਾਸ ਹੁੰਦੀ ਹੈ ਉਹ ਉਹਨਾਂ ਚੀਜ਼ਾਂ ਨਾਲ ਜ਼ਿਆਦਾ ਭਰਿਆ ਹੋਇਆ ਹੈ। ਤਾਂ ਉਸ ਚੀਜ਼ ਦਾ ਵੀ ਇੱਕ ਆਪਦਾ ਅਲੱਗ ਵਾਈਬ ਸੀ, ਅਲੱਗ ਸਾਨੂੰ ਐਕਸਪੀਰੀਅੰਸ ਰਿਹਾ ਉਹਦਾ। ਤੇ ਹੁਣ ਮੈਮ ਇਸ ਫਿਲਮ ਦੇ ਨਾਲ ਤੁਸੀਂ ਪੰਜਾਬੀ ਸਿਨੇਮਾ ਨੂੰ ਕਿੱਥੇ ਦੇਖਦੇ ਹੋ? ਪਹਿਲੇ ਹਾਸੇ ਠਿੱਠੀਆਂ ਨਾਲ ਆਪਾਂ ਦੇਖਦੇ ਰਹੇ ਪੰਜਾਬੀ ਸਿਨੇਮਾ, ਹੁਣ ਹਰਜੀਤਾ ਤੋਂ ਬਾਅਦ ਇਹ ਵੀ ਬਹੁਤ ਪ੍ਰੋਮਿਸਿੰਗ ਫਿਲਮ ਲੱਗ ਰਹੀ ਹੈ, ਕੀ ਕਹਿਣਾ ਚਾਹੋਗੇ? ਇਸ ਚੀਜ਼ ਦਾ ਜਵਾਬ ਤਾਂ ਦੇਖੋ ਆਡੀਅנס ਦੇ ਸਕਦੀ ਹੈ ਸਭ ਤੋਂ ਵਧੀਆ। ਜੇ ਆਡੀਅנס ਸਾਨੂੰ ਹੱਲਾਸ਼ੇਰੀ ਦਊਗੀ ਤਾਂ ਹੀ ਪੰਜਾਬੀ ਸਿਨੇਮਾ ਦੇ ਵਿੱਚ ਇਹੋ ਜਿਹੇ ਹੋਰ ਪ੍ਰੋਜੈਕਟਸ ਆਉਣਗੇ। ਇਸ ਤੋਂ ਵੀ ਹਟ ਕੇ ਪ੍ਰੋਜੈਕਟਸ ਆਉਣਗੇ, ਕੁਛ ਨਾ ਕੁਛ ਹੋਰ ਐਕਸਪੈਰੀਮੈਂਟਲ, ਹੋਰ ਕੁਛ ਨਾ ਕੁਛ ਡਿਫਰੈਂਟ ਆਊਗਾ। ਤਾਂ ਪ੍ਰੋਡਿਊਸਰਸ ਨੇ, ਡਾਇਰੈਕਟਰਸ ਨੇ, ਐਕਟਰਸ ਨੇ, ਹੋਰ ਸਾਰੀ ਟੀਮ ਨੇ, ਕਰੂ ਨੇ ਆਪਦੀ ਪੂਰੀ ਮਿਹਨਤ ਕੀਤੀ ਹੈ, ਪੂਰੀ ਹਿੰਮਤ, ਆਪਦੇ ਪੂਰਾ ਵਾਹ ਲਾ ਦਿੱਤਾ ਹੈ। ਹੁਣ ਤਾਂ ਆਡੀਅנס ਦੇ ਹੱਥ ਦੇ ਵਿੱਚ ਹੀ ਹੈ, ਅਤੇ ਅੱਗੇ ਆਡੀਅנס ਹੀ ਡਿਸਾਈਡ ਕਰੂਗੀ ਕਿ ਉਹ ਇਹੋ ਜਿਹੀ ਫਿਲਮਾਂ ਹੋਰ ਦੇਖਣੀਆਂ ਪਸੰਦ ਕਰਦੇ ਨੇ, ਉਹ ਕਿਹੋ ਜਿਹਾ ਸਿਨੇਮਾ ਦੇਖਣਾ ਪਸੰਦ ਕਰਦੇ ਨੇ, ਉਹੀ ਚੀਜ਼ਾਂ ਅੱਗੇ ਆਉਣਗੀਆਂ। ਮੈਮ ਜਿਵੇਂ ਹਰਦੀਪ ਜੀ ਨੇ ਦੱਸਿਆ ਕਿ ਪਹਿਲਾਂ ਉਹ ਨੌਕਰੀ ਕਰਦੇ ਸੀਗੇ, ਲੇਕਿਨ ਕੀੜਾ ਕਿਤੇ ਨਾ ਕਿਤੇ ਸੀਗਾ ਕਿ ਸਿੰਗਿੰਗ ਵਾਲੀ ਜਾਣਾ ਹੈ, ਔਰ ਕਹਿੰਦੇ ਸੀਗੇ ਕਿ ਲਾਈਫ ਨੂੰ ਜੀਣਾ ਤੇ ਇਹੀ ਕਹਿੰਦੇ ਨੇ। ਤੁਹਾਡਾ ਵੀ ਸ਼ੁਰੂ ਤੋਂ ਹੀ ਇਹ ਸੀਗਾ ਜਾਂ ਕੁਝ ਹੋਰ ਟੀਚਾ ਸੀਗਾ? ਨਹੀਂ, ਮੈਨੂੰ ਸ਼ੁਰੂ ਤੋਂ ਇਹ ਚੀਜ਼ ਕਲੀਅਰ ਸੀਗੀ ਕਿ ਮੈਂ ਪਰਫੋਰਮਿੰਗ ਆਰਟਸ ਦੇ ਵੱਲ ਜਾਣਾ। ਮੈਂ ਸ਼ੁਰੂ ਤੋਂ ਸਕੂਲ ਦੇ ਵਿੱਚ ਬਹੁਤ ਐਕਟਿਵ ਹੁੰਦੀ ਸੀ ਸਾਰੀ ਕੋ ਕਰਿਕੂਲਮ ਐਕਟੀਵਿਟੀਜ਼ ਨੂੰ ਲੈ ਕੇ, ਬਸ ਕਦੇ ਵੀ ਘਰਦਿਆਂ ਨੂੰ ਖੁੱਲ੍ਹ ਕੇ ਨਹੀਂ ਦੱਸ ਪਾਏ ਹੈਗੇ, ਲੇਕਿਨ ਮੇਰੇ ਘਰਦਿਆਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਘਰਦਿਆਂ ਨੂੰ ਆਪਦੇ ਬੱਚੇ ਬਾਰੇ ਪਤਾ ਹੀ ਹੁੰਦਾ।
ਤੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੇਰੇ ਘਰਦਿਆਂ ਨੇ ਬਸ ਮੈਨੂੰ ਇੱਕ ਗੱਲ ਕਹੀ ਸੀ ਕਿ ਤੂੰ ਆਪਣੀ ਪੜ੍ਹਾਈ ਵਿੱਚ ਨਹੀਂ ਛੱਡਣੀ। ਮੈਂ ਗ੍ਰੈਜੂਏਸ਼ਨ ਵਿੱਚ ਸੀ ਜਦੋਂ ਮੈਂ ਘਰਦਿਆਂ ਨਾਲ ਗੱਲ ਸ਼ੇਅਰ ਕੀਤੀ ਤੇ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕੀਤੀ, ਨਾਲ ਨਾਲ ਮੈਂ ਸਟਾਰਟ ਕਰ ਲਿਆ। ਤੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਮੈਨੂੰ ਥੋੜ੍ਹੀ ਲਿਬਰਟੀ ਹੋਰ ਮਿਲ ਗਈ ਸੀ ਕਿ ਨਾਓ ਦੈਟ ਯੂ ਹੈਵ ਕੰਪਲੀਟਡ ਯੂਰ ਸਟੱਡੀਜ਼, ਤੇਰੇ ਕੋਲ 2-3 ਸਾਲ ਹੈਗੇ ਨੇ, ਤੂੰ ਟਰਾਈ ਕਰਕੇ ਦੇਖ, ਜੇ ਕੁਛ ਹੁੰਦਾ ਹੋਇਆ ਤਾਂ ਬਹੁਤ ਵਧੀਆ ਗੱਲ ਹੈ। ਤੇ ਬਸ ਚੱਲਦੀ ਜਾ ਰਹੇ ਹਾਂ ਫਿਰ ਉਸ ਤਰੀਕੇ ਨਾਲ। ਸ਼ੁਕਰੀਆ ਮੈਮ ਸਾਡੇ ਨਾਲ ਜੁੜਨ ਦੇ ਲਈ। ਆਡੀਅנס ਨੂੰ ਕੀ ਸੁਨੇਹਾ ਦੇਣਾ ਚਾਹੋਗੇ ਥੀਏਟਰਸ ਵਿੱਚੋਂ ਆਉਣ ਤੁਹਾਡੀ ਫਿਲਮ ਦੇਖਣ ਦੇ ਲਈ? ਥੈਂਕ ਯੂ ਸੋ ਮਚ ਫਸਟ ਆਫ ਆਲ ਫॉर ਹੈਵਿੰਗ ਮੀ ਹੇਅਰ ਐਂਡ ਆਡੀਅנס ਨੂੰ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਇਸ ਫਿਲਮ ਤੋਂ ਬਹੁਤ ਕੁਝ ਸਿੱਖ ਕੇ ਜਾਓਗੇ ਜੋ ਤੁਸੀਂ ਆਪਣੀ ਲਾਈਫ ਦੇ ਵਿੱਚ ਕੈਰੀ ਕਰੋਗੇ ਅੱਗੇ ਹਮੇਸ਼ਾ। ਤਾਂ ਜ਼ਰੂਰ ਇਹ ਫਿਲਮ ਨੂੰ ਦੇਖਣ ਆਓ। ਜਿਵੇਂ ਸਰ ਦਾ ਗਾਣਾ ਹੈ ਤੁਣਕਾ ਤੁਣਕਾ, ਉਹਨੂੰ ਲੋਕ ਅੱਜ ਵੀ ਦੇਖਦੇ ਨੇ, ਅੱਜ ਵੀ ਉਸ ਤੋਂ ਇੰਸਪਾਇਰ ਹੁੰਦੇ ਨੇ। ਕਿਸੇ ਬੱਚੇ ਦਾ ਕੋਈ ਐਗਜ਼ਾਮ ਹੁੰਦਾ ਹੈ ਜਾਂ ਕਿਸੇ ਦਾ ਕੋਈ ਟਰਾਇਲ ਹੁੰਦਾ ਹੈ, ਕੋਈ ਕੁਛ ਵੀ ਹੁੰਦਾ, ਸਾਰੇ ਉਹ ਚੀਜ਼ਾਂ ਤੋਂ, ਇਹ ਕਦੇ ਵੀ ਚੀਜ਼ਾਂ ਪੁਰਾਣੀਆਂ ਨਹੀਂ ਹੁੰਦੀਆਂ। ਕੋਈ ਵੀ ਮੋਟੀਵੇਸ਼ਨਲ ਫਿਲਮ ਹੈ, ਕੋਈ ਵੀ ਮੋਟੀਵੇਸ਼ਨ ਪ੍ਰੋਜੈਕਟ ਹੈ, ਕਦੇ ਪੁਰਾਣਾ ਨਹੀਂ ਹੁੰਦਾ। ਤੁਹਾਨੂੰ ਇਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤਾਂ ਤੁਸੀਂ ਜ਼ਰੂਰ ਇਸ ਤੋਂ ਇੰਸਪੀਰੇਸ਼ਨ ਲੈਣ ਲਈ ਸਿਨੇਮਾ ਘਰਾਂ ਵਿੱਚ ਪਹੁੰਚੋ 5 ਅਗਸਤ ਨੂੰ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਰਦਾਰ ਸੋਹੀ ਜੀ, ਸੀਨੀਅਰ ਆਰਟਿਸਟ, ਔਰ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਫਿਲਮ ਤੁਣਕਾ ਤੁਣਕਾ ਬਾਰੇ। ਸਰ, ਤੁਸੀਂ ਇੰਨੇ ਆਰਟਿਸਟ ਦੇ ਨਾਲ ਕੰਮ ਕੀਤਾ ਹੋਇਆ ਹੈ, ਇਸ ਫਿਲਮ ਦੇ ਵਿੱਚ ਹਰਦੀਪ ਗਰੇਵਾਲ ਜੀ ਨੂੰ ਤੁਸੀਂ ਕਿਸ ਪੱਖੋਂ ਅਲੱਗ ਦੇਖਦੇ ਹੈਗੇ ਹੋ ਐਜ਼ ਆਰਟਿਸਟ? ਪਹਿਲਾਂ ਤਾਂ ਅਲੱਗ ਦੇਖਣ ਵਾਲੀ ਇੱਕੋ ਗੱਲ ਹੈ ਕਿ ਹਿੰਮਤ, ਜੇਰਾ, ਸ਼ਾਇਦ ਗਾਣੇ ਵੀ ਸ਼ਾਇਦ ਲਾਈਨ ਹੈ ਜੇਰਾ। ਉਹ ਜੋ ਜਿਗਰਾ ਦਿਖਾਇਆ ਹੈ, ਜੋ ਹਿੰਮਤ ਦਿਖਾਈ ਹੈ। ਸ਼ੁਰੂਆਤ ਦੇਖੋ ਕਿੱਡੀ ਚੈਲੰਜਿੰਗ ਫਿਲਮ ਨਾਲ ਸ਼ੁਰੂਆਤ ਕਰ ਰਹੇ ਨੇ, ਨਹੀਂ ਕਿ ਬਹੁਤ ਸੇਫ ਜੀ ਗੇਮ, ਮੈਂ ਮਾਰ ਨਾ ਖਾ ਜਾਂ ਡਰ ਹੁੰਦਾ ਅੰਦਰ, ਇਹੋ ਜਿਹਾ ਟਫ ਕਰੈਕਟਰ ਖੇਡਣ ਵਾਸਤੇ ਪਹਿਲੀ ਫਿਲਮ ਦੇ ਵਿੱਚ ਹੀ। ਲੇਕਿਨ ਜਿਹੜਾ ਬੰਦਾ ਇੰਨੇ ਜਿਗਰੇ ਨਾਲ ਆਉਂਦਾ, ਇੰਨੇ ਕੌਨਫੀਡੈਂਸ ਨਾਲ ਆਉਂਦਾ ਹੈ, ਔਰ ਮੈਂ ਕੰਮ ਕਰਦੇ ਕਰਦੇ ਦੇਖਿਆ ਡੈਡੀਕੇਸ਼ਨ, ਕਮਿਟਮੈਂਟ ਜੋ ਹੈ ਨਾ, ਉਹ ਬਹੁਤ ਗਜ਼ਬ ਦੀ ਹੈ। ਉਹ ਅਦਰਵਾਈਜ਼ ਦੱਸਿਆ ਵੀ ਪਹਿਲਾਂ ਬੋਲੇ ਸੀਗੇ ਕਿ ਮੈਨੂੰ ਖਿਝ ਵੀ ਹੋਣ ਲੱਗੀ ਸੀ, ਮੈਂ ਚਿੜਨ ਲੱਗ ਗਿਆ ਸੀ। ਲਾਜ਼ਮੀ ਹੈ, ਉਹ ਇੱਕ ਬਿਮਾਰੀ ਦੀ ਹਾਲਤ 'ਚੋਂ ਬਾਹਰ ਆਉਣ ਵਾਲੀ ਗੱਲ ਹੁੰਦੀ ਹੈ। ਮੈਂ ਮਰੀਜ਼ ਹੋ ਗਿਆ ਨਾ, ਜਦੋਂ ਤੁਸੀਂ 20 ਕਿਲੋ ਵਜ਼ਨ ਘਟਾਓਗੇ, ਉਹ ਮੈਨੂੰ ਸ਼ੁਰੂਆਤ ਬਹੁਤ ਸੋਹਣੀ ਲੱਗਦੀ ਹੈ। ਸਰ, ਤੁਸੀਂ ਕਿੱਸਾ ਸ਼ੇਅਰ ਕੀਤਾ ਕਿ ਜਦੋਂ ਤੁਸੀਂ ਉਹਨੂੰ weight loss ਦੇ ਵਿੱਚ ਦੇਖਿਆ ਆਪਣੇ, ਤੁਹਾਨੂੰ ਗਲਿਸਰੀਨ ਦੀ ਲੋੜ ਨਹੀਂ ਪਈ ਸੀਨ ਦੇ ਵਿੱਚ। ਉਹ ਕਿੱਸਾ ਜ਼ਰੂਰ ਸ਼ੇਅਰ ਕਰੋ ਸਾਡੀ ਆਡੀਅנס ਦੇ ਨਾਲ। ਜੀ ਹਾਂ, ਜੀ ਹਾਂ। ਉਹ ਦੇਖੋ, ਜਦੋਂ ਅਸੀਂ ਐਕਟਰ ਕੁਛ ਪਰਸਨਲ ਯਾਦਾਂ ਹੁੰਦੀਆਂ ਨੇ, ਉਹਦਾ ਵੀ ਸਹਾਰਾ ਲੈਂਦੇ ਨੇ। ਪਰ ਜਦੋਂ ਤੁਸੀਂ ਇੰਨਾ ਐਕਸਪੀਰੀਅੰਸ ਹੋ ਜਾਂਦਾ ਤੁਹਾਨੂੰ ਕਰੈਕਟਰ ਖੇਡਣ ਦਾ, ਕੋਈ ਜ਼ਰੂਰੀ ਨਹੀਂ ਅਸੀਂ ਕੋਈ ਨਾ ਤਾਂ ਮੈਂ ਰਾਜੇ ਮਹਾਰਾਜਾ ਦੇ ਘਰ ਜੰਮਿਆ, ਨਾ ਹੀ ਮੈਂ ਕੋਈ ਇਹੋ ਜਿਹੇ ਅੱਤ ਦੇ ਗਰੀਬ ਦੇ ਘਰ ਜੰਮਿਆ, ਦਰਮਿਆਨੇ ਘਰ ਜੰਮਿਆ। ਲੇਕਿਨ ਕਰੈਕਟਰ ਰਾਜੇ ਮਹਾਰਾਜ ਦਾ ਕਹਿ ਦਿਓ, ਮੈਂ ਉਹਦਾ ਤੋਤੇ ਉਡਾ ਦੂੰ, ਚੰਡ ਕੱਢ ਦੂੰ, ਉਹ ਹੁੰਦਾ ਹੈ। ਹੁਣ ਮੈਂ ਕੋਈ ਜ਼ਰੂਰੀ ਨਹੀਂ ਕਿ ਇੱਕ ਮਰੀਜ਼ ਦੇ ਬਾਪ ਦਾ ਇੱਕ ਇਹੋ ਜਿਹੇ ਬੇਟਾ ਮੇਰਾ ਜਿਹੜਾ ਮਰਨ ਕਿਨਾਰੇ ਹੈ, ਕਿ ਅਗਰ ਹੋਵੇ ਕੁਛ ਤੁਹਾਡੇ ਆਸ-ਪਾਸ ਹੋਇਆ, ਤੁਸੀਂ ਉਹਨੂੰ ਰੀਕਲੈਕਟ ਕਰਕੇ ਥੋੜ੍ਹਾ ਸਹਾਰਾ ਲੈ ਸਕਦੇ ਹੋ। ਲੇਕਿਨ ਇਨਪੁਟ ਤੁਹਾਡੀ ਆਪਣੀ ਹੁੰਦੀ ਹੈ। ਰੀਕਲੈਕਟ ਕਰਨ ਵਾਸਤੇ ਜੇ ਤੁਹਾਡੇ ਅੰਦਰ ਐਕਟਰ ਹੀ ਨਹੀਂ ਬੈਠਾ ਕਿਸੇ ਪਾਸੇ ਕਲਾ ਦਾ ਤੁਹਾਨੂੰ ਜਿਹੜਾ ਉਹ ਬੀਜ ਅੰਦਰ ਨਹੀਂ ਤੁਹਾਡੇ ਹੈਗਾ, ਤਾਂ ਉਹ ਫਿਰ ਪੇੜ ਕਿਵੇਂ ਬਣੂ, ਉਹਨੂੰ ਫਲ ਕਿਵੇਂ ਲੱਗਣਗੇ? ਉਹ ਸਾਡੇ ਹਰਪਾਲ ਟਿਵਾਣਾ ਸਾਹਿਬ ਉਸਤਾਦ ਜੀ, ਉਹਨਾਂ ਨੇ ਸਾਡੇ ਅੰਦਰ ਕੁੱਟ ਕੇ ਕਲਾ ਭਰੀ ਹੋਈ ਹੈ। ਮੈਂ ਬਹੁਤ ਤਾਂ ਬੋਲਿਆ ਕਿ ਮੈਂ ਹਰਪਾਲ ਟਿਵਾਣਾ ਜੀ ਦੇ ਆਵੇ ਦਾ ਪੱਕਿਆ ਹੋਇਆ ਭਾਂਡਾ ਹਾਂ। ਸੋ ਇਸ ਕਰਕੇ ਥਿੜਕਦੇ ਨਹੀਂ, ਉਹ ਆਪਾਂ ਕਰ ਲਈਦਾ। ਇਹਦੇ 'ਚ ਜਿਹੜਾ ਇਹ ਕਰੈਕਟਰ ਮੈਂ ਕੀਤਾ, ਬਹੁਤ ਟਫ ਹੈ, ਬਹੁਤ ਟਫ ਹੈ। ਕਹਿ ਦੇਣ ਨੂੰ ਤਾਂ ਮਤਲਬ ਗੱਲ ਕਰਨ ਨੂੰ ਮੈਂ ਵੀ ਕਹੂੰ ਹਾਂ ਮੈਂ ਕਰ ਲੈਣਾ, ਲੇਕਿਨ ਜਦੋਂ ਕਰਨਾ ਹੁੰਦਾ ਨਾ, ਉਦੋਂ ਤੁਸੀਂ ਇੱਕ ਬੰਦੇ ਨੇ, ਮੈਂ ਹੁਣ ਪਿੰਡ ਸੀਗਾ, ਮੈਨੂੰ ਬਹੁਤ ਸੋਹਣੀ ਗੱਲ ਕਹੀ, ਕਹਿੰਦਾ ਸੋਹੀ ਸਾਹਿਬ ਦੋਸਤ ਹੀ ਹੈ ਮੇਰਾ, ਇਕੱਠੇ ਪੜ੍ਹਦੇ ਹੁੰਦੇ ਸੀ, ਉਹ ਵੀ ਚੰਗਾ ਪੜ੍ਹਿਆ ਲਿਖਿਆ ਟੀਚਰ ਲੱਗਿਆ ਹੋਇਆ। ਕਹਿੰਦਾ ਵੀ ਇੱਕ ਸੰਤ, ਸਾਧੂ, ਮਹਾਤਮਾ ਔਰ ਕਲਾਕਾਰ, ਇਹਨਾਂ ਦੀ ਸਮਾਧੀ ਲੱਗਦੀ ਹੁੰਦੀ ਹੈ, ਬਿਰਤੀ ਲੱਗਦੀ ਹੈ। ਜਿਹੜੇ ਬੰਦੇ ਦੀ ਬਿਰਤੀ ਨਹੀਂ ਲੱਗਦੀ, ਉਹ ਐਕਟਰ ਨਹੀਂ ਹੋ ਸਕਦਾ। ਹਾਂ,
ਬਿਰਤੀ ਲੱਗਦੀ ਹੈ ਸਮਾਧੀ 'ਚ। ਮੇਰੇ ਯਾਦ ਹੈ ਮੈਂ ਇੱਕ ਸੀਰੀਅਲ 'ਚ ਇੱਕ ਛੋਟਾ ਜਿਹਾ ਸਾਇਲੈਂਟ ਸ਼ਾਟ ਦਿੱਤਾ ਸੀ, ਅੱਧੇ ਘੰਟੇ ਬਾਅਦ, ਅੱਧਾ ਘੰਟਾ ਮੈਨੂੰ ਬੈਠਾ ਰਿਹਾ, ਮੈਂ ਚੁੱਪ ਉਹਦੇ ਬਾਰੇ ਸੋਚਦਾ ਰਿਹਾ, ਫਿਰ ਵੀ ਬੋਲਿਆ ਨਹੀਂ ਮੈਂ ਟੇਬਲ ਨੂੰ ਇੱਦਾਂ ਨੌਕ ਕੀਤਾ ਵੀ ਮੈਂ ਰੈਡੀ ਹਾਂ। ਸ਼ਾਟ ਹੋਇਆ, ਡਾਇਰੈਕਟਰ ਕੈਮਰਾਮੈਨ ਉੱਠ ਕੇ ਜੱਫੀਆਂ ਪਾਏ, ਮੈਨੂੰ ਚੁੰਮੀ ਜਾਣ, ਕਹਿੰਦੇ ਉਹ ਸਰਦਾਰ ਜੀ ਤਾਂ ਹੀ ਕਿਹਾ ਸੀ ਕਿ ਤੁਸੀਂ ਚਾਹੀਦੇ ਹੋ। ਸੋ ਮੈਂ ਆਪਣੀ ਤਾਰੀਫ ਜ਼ਿਆਦਾ ਨਹੀਂ ਕਰਨੀ ਚਾਹੀਦੀ, ਪਰ ਉਹ ਹੋ ਜਾਂਦਾ ਹੈ ਅਗਰ ਤੁਸੀਂ ਇਸ ਅਵਸਥਾ ਜਾਂ ਇੰਨੀ ਸ਼ਿੱਦਤ ਨਾਲ ਤੁਸੀਂ ਮਿਹਨਤ ਕਰਦੇ ਹੋ। ਜੇ ਤੁਸੀਂ ਇੱਥੇ ਇਸ ਤਰ੍ਹਾਂ ਦਾ ਰੋਲ ਖੇਡਣ ਆਏ ਹੋ, ਉੱਧਰ ਬੈਠੇ ਤੁਸੀਂ ਗੱਪਾਂ ਮਾਰੀ ਜਾਂਦੇ ਹੋ, ਤੁਸੀਂ ਉੱਚੀ ਉੱਚੀ ਹੱਸ ਰਹੇ ਹੋ, ਤੁਸੀਂ ਕਾਮੇਡੀ ਦੇ ਪੰਚ ਸੁਣ ਰਹੇ ਹੋ, ਤੁਸੀਂ ਜੋਕ ਸੁਣ ਰਹੇ ਹੋ ਇੱਕ ਦੂਜੇ ਤੋਂ, ਨਾ ਉਹਨੂੰ ਟਾਈਮ ਦੇਣਾ ਪੈਂਦਾ ਹੈ। ਥੋੜ੍ਹੀ ਦੇਰ ਖਾਮੋਸ਼ੀ ਚਾਹੀਦੀ ਹੁੰਦੀ ਹੈ। ਖਾਮੋਸ਼ੀ ਤੋਂ ਬਾਅਦ ਫਿਰ ਜਦੋਂ ਚੁੱਪ ਟੁੱਟਦੀ ਹੈ ਨਾ, ਬਸ ਫਿਰ ਉਹ ਚੀਰਦੀ ਤੁਰੀ ਜਾਂਦੀ ਹੈ, ਤੁਹਾਡੇ ਕਾਲਜੇ ਵਿੰਨ ਦਿੰਦੀ ਹੈ। ਤਾਂ ਉਹ ਜੇ ਕਾਲਜੇ ਵਿੰਨਣੇ ਨੇ ਜੇ ਦਰਸ਼ਕਾਂ ਦੇ, ਫਿਰ ਉਹ ਤੋਂ ਪਹਿਲਾਂ ਥੋੜ੍ਹੀ ਸਮਾਧੀ ਲਾਓ, ਥੋੜ੍ਹਾ ਕਰੈਕਟਰ ਬਾਰੇ ਸੋਚੋ, ਪਾਤਰ ਬਾਰੇ ਸੋਚੋ, ਉਹਦੀਆਂ ਜੜ੍ਹਾਂ, ਉਹਦੀਆਂ ਡੂੰਘਾਈਆਂ, ਉਹਦੇ 'ਚ ਟੁੱਬੀਆਂ ਮਾਰੋ, ਤਾਂ ਫਿਰ ਉਹ ਕੰਮ ਹੋ ਜਾਂਦਾ। ਉਹ ਮੈਨੂੰ ਇਹਦੇ 'ਚ ਕਈ ਵਾਰ ਕਰਨਾ ਪਿਆ, ਕਿਉਂਕਿ ਜਿਹੜਾ ਸਾਡਾ ਹੀਰੋ ਹੈ, ਜਿਹੜਾ ਮੇਰਾ ਬੇਟਾ, ਉਹ ਇਹੋ ਜਿਹੇ ਹਾਲਾਤਾਂ 'ਚ ਗੁਜ਼ਰ ਰਿਹਾ, ਉਹਦੇ ਸੁਪਨੇ ਟੁੱਟ ਰਹੇ ਨੇ, ਉਹਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ, ਕਿਸੇ ਵੇਲੇ ਵੀ ਕੈਂਸਰ ਦਾ ਮਰੀਜ਼ ਹੈ, ਕਿਸੇ ਵੇਲੇ ਵੀ ਡੈਥ ਹੋ ਸਕਦੀ ਹੈ, ਪਰ ਉੱਥੋਂ ਵਾਪਸ ਕੱਢਣਾ ਔਰ ਆਪਦੇ ਬਾਪ ਨੂੰ, ਜਿਹੜਾ ਬਾਪ ਟੁੱਟ ਜਾਂਦਾ ਬੇਟੇ ਨੂੰ ਇਹੋ ਜਿਹੀ ਹਾਲਤ ਦੇਖ ਕੇ, ਉਹਨੂੰ ਵੀ ਉਹਨੇ ਹੌਸਲਾ ਦਿੱਤਾ ਕਿ ਨਹੀਂ ਬਾਪੂ ਮੈਂ ਲੜੂੰਗਾ, ਤੂੰ ਕਿ ਕਮਾਲ ਹੈ, ਆਏ ਨਹੀਂ ਮੈਂ ਜ਼ਿੰਦਗੀ ਜਿਹੜਾ ਮੈਂ ਸੋਚਿਆ ਮੈਂ ਉਹ ਬਣੇ ਬਿਨਾਂ ਮੈਂ ਨਹੀਂ ਜਾਂਦਾ ਦੁਨੀਆ ਤੋਂ। ਸੋ ਇਹੋ ਜਿਹੀ ਫਿਲਮ ਹੈ, ਇਹੋ ਜਿਹੀ ਪੋਜ਼ੀਟਿਵਿਟੀ, ਇਹੋ ਜਿਹੀ ਸਾਡੀ ਜਿਹੜੀ ਯੂਥ ਹੈ, ਕਿੰਨੇ ਮੁੰਡੇ ਸਕੂਲਾਂ 'ਚ ਪੜ੍ਹਦੇ ਨੇ, ਕਾਲਜਾਂ 'ਚ ਪੜ੍ਹਦੇ ਨੇ, ਉਹਨਾਂ ਦੇ ਸੁਪਨੇ ਨੇ ਇੱਥੋਂ ਬਾਹਰ ਨੂੰ ਭੱਜੇ ਜਾਂਦੇ ਨੇ, ਪਰ ਜੇ ਪੋਜ਼ੀਟਿਵਿਟੀ ਆ ਜਾਏ ਕਿ ਨਹੀਂ ਮੈਂ ਕੰਟਰੀ ਨਹੀਂ ਛੱਡਣਾ, ਮੈਂ ਇੱਥੇ ਰਹਿ ਕੇ ਮੈਂ ਕਾਮਯਾਬ ਹੋ ਸਕਦਾ, ਤਾਂ ਉਹ ਇਹ ਜਿਹੜੇ ਪੋਜ਼ੀਟਿਵ ਸੁਨੇਹੇ ਨੇ ਇਹਨਾਂ ਫਿਲਮ ਦੇ, ਉਹ ਸਾਡੀ ਫਿਲਮ ਨੂੰ ਬੁਲੰਦੀ 'ਤੇ ਲੈ ਕੇ ਜਾਣਗੇ ਔਰ ਦਰਸ਼ਕ ਆਉਣਗੇ ਫਿਲਮ ਦੇਖਣ। ਥੈਂਕ ਯੂ ਸੋ ਮਚ ਸਰ, ਥੈਂਕ ਯੂ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਮੀਪ ਰਣੌਤ ਜੀ, ਨੈਸ਼ਨਲ ਚਾਈਲਡ ਆਰਟਿਸਟ ਵਿਨਰ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਫਿਲਮ ਤੁਣਕਾ ਦੇ ਵਿੱਚ ਵੀ ਇਹ ਆਪਣੇ ਐਜ਼ ਬਤੌਰ ਚਾਈਲਡ ਆਰਟਿਸਟ ਸਾਡੇ ਸਾਹਮਣੇ ਆਣਗੇ। ਸਮੀਪ ਜੀ, ਕਿਹੋ ਜਿਹਾ ਲੱਗ ਰਿਹਾ ਤੁਹਾਨੂੰ? ਹਰਜੀਤਾ ਦੇ ਵਿੱਚ ਤੁਹਾਨੂੰ ਨੈਸ਼ਨਲ ਅਵਾਰਡ ਮਿਲਿਆ ਔਰ ਹੁਣ ਤੁਣਕਾ ਦੇ ਵਿੱਚ ਐਕਟਿੰਗ ਤੁਸੀਂ ਦੱਸਿਆ ਤੁਸੀਂ ਸਿੱਖੀ ਨਹੀਂ, ਕਿਵੇਂ ਐਕਟਿੰਗ ਕਰਦੇ ਹੋ, ਕੀ ਸੋਚ ਕੇ ਸਕ੍ਰਿਪਟ ਪੜ੍ਹਦੇ ਹੋ ਤੁਸੀਂ? ਜੀ ਸਕ੍ਰਿਪਟ ਦਾ ਉੱਦਾਂ ਹੈ ਕਿ ਮਤਲਬ ਕੋਈ ਸਮਝਾ ਦਿੰਦਾ ਕਿ ਇਹ ਰੋਲ ਹੈ, ਤੁਸੀਂ ਇਹਨਾਂ ਦੇ ਬਚਪਨ ਦਾ ਕਰ ਰਹੇ ਹੋ, ਜਿਵੇਂ ਵੀ ਕਰੈਕਟਰ ਹੈ, ਅਤੇ ਫਿਰ ਇਹ ਹੁੰਦਾ ਕਿ ਮਨ 'ਚ ਇਮੈਜਿਨ ਕਰ ਲੈਂਦੇ ਅਤੇ ਫਿਰ ਆਪਣਾ ਪੂਰਾ ਬੈਸਟ ਦਿੰਦੇ ਉਸ ਰੋਲ ਨੂੰ ਨਿਭਾਉਣ ਲਈ। ਹਰ ਰੋਲ ਨੂੰ, ਚਾਹੇ ਉਹ ਫਿਲਮ ਛੋਟੀ ਹੈ, ਚਾਹੇ ਵੱਡੀ ਹੈ, ਚਾਹੇ ਕੁਛ ਵੀ ਹੈ, ਆਪਣਾ ਬੈਸਟ ਦਿੰਦੇ ਆ ਉਸ ਨੂੰ ਕਰਨ ਲਈ। ਜੀ, ਤੇ ਤੁਹਾਡੇ ਆਈਡਲ ਅਮਿਤਾਭ ਬੱਚਨ ਜੀ, ਤੁਸੀਂ ਦੱਸਿਆ ਤੁਸੀਂ ਉਹਨੂੰ ਮਿਲ ਚੁੱਕੇ ਹੋ, ਉਹ ਕਿੱਸਾ ਜ਼ਰੂਰ ਸ਼ੇਅਰ ਕਰੋ। ਜੀ ਉਸ ਟਾਈਮ ਇਹ ਸੀਗਾ, ਮੈਂ ਜਦ 66 ਨੈਸ਼ਨਲ ਅਵਾਰਡ ਲੈਣ ਗਿਆ ਸੀਗਾ ਤਾਂ ਸਰ ਵੀ ਸੀਗੇ ਨਾਲ, ਅਤੇ ਫਿਰ ਮਤਲਬ ਇਹ ਮੈਂ ਸੋਚਿਆ ਸੀਗਾ ਕਿ ਸਰ ਨਾਲ ਫੋਟੋ ਤਾਂ ਜ਼ਰੂਰ ਕਰਾਊਂਗਾ। ਉਸ ਟਾਈਮ ਇਹ ਸੀਗਾ ਕਿ ਜਦ ਸਾਨੂੰ ਇਕੱਠਿਆਂ ਨੂੰ ਮਿਲਣਾ ਸੀਗਾ, ਫਿਰ ਸਰ ਐਕਚੁਅਲੀ ਉਸ ਟਾਈਮ ਕੋਈ ਇਸ਼ੂ ਹੋ ਗਿਆ ਸੀ, ਆ ਨਹੀਂ ਪਾਏ ਸੀ, ਫਿਰ ਉਹਨਾਂ ਲਈ ਸਪੈਸ਼ਲ ਰੱਖਿਆ ਗਿਆ ਸੀ ਬਾਹਰ 'ਚੋਂ ਪ੍ਰੋਗਰਾਮ, ਅਤੇ ਫਿਰ ਉਸ 'ਚ ਗਏ ਅਤੇ ਫਿਰ ਮਤਲਬ ਮਿਲੇ ਸਰ ਨੂੰ। ਬੜੀ ਖੁਸ਼ੀ ਹੋਈ ਕਿ ਮਤਲਬ ਇੱਕ ਡਰੀਮ ਪੂਰਾ ਹੋ ਜਾਂਦਾ, ਕਿਉਂਕਿ ਜਦ ਮੈਂ ਇਸ ਲਾਈਨ 'ਚ ਸੀਗਾ ਵੀ ਨਹੀਂ, ਤਦ ਵੀ ਮੇਰੇ ਸੀਗੇ ਅਮਿਤਾਭ ਬੱਚਨ ਸਰ ਫੇਵਰੇਟ ਸੀਗੇ, ਅਤੇ ਫਿਰ ਇਹ ਸੀਗਾ ਕਿ ਯਾਰ ਡਰੀਮ ਪੂਰਾ ਹੋ ਗਿਆ ਮੇਰਾ। ਅੱਛਾ, ਤੇ ਫਿਰ ਤਿਆਰੀ ਕੋਈ ਖਾਸ ਕਰਦੇ ਹੈਗੇ ਹੋ ਕਿ ਤੁਹਾਡੇ ਹੋ ਕੇ ਬਰਡਨ ਵੀ ਹੁੰਦਾ ਹੈ ਕਿ ਹੀਰੋ ਦੇ ਚਾਈਲਡ ਦਾ ਤੁਸੀਂ ਰੋਲ ਨਿਭਾ ਰਹੇ ਹੈਗੇ ਹੋ, ਹੈ ਨਾ, ਉਹਦਾ ਛੋਟੇ ਹੁੰਦੇ ਦਾ ਰੋਲ, ਉਹਦਾ ਹੀ ਮਤਲਬ ਲੀਡ ਹੀ ਹੋ ਗਿਆ, ਉਹ ਵੀ ਕੋਈ ਬਰਡਨ ਹੁੰਦਾ? ਜੀ ਬਰਡਨ ਮੇਰੇ ਅੱਜ ਤੱਕ ਹੋਇਆ ਵੀ ਨਹੀਂ, ਤਾਂ ਮੈਂ ਕਹੂੰਗਾ ਕਿ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਜਦ ਬਰਡਨ ਨਾਲ ਆਪਾਂ ਕੋਈ ਕੰਮ ਕਰਦੇ ਤਾਂ ਫਿਰ ਉਹ ਹੋ ਹੀ ਨਹੀਂ ਪਾਉਂਦਾ। ਕਿਉਂਕਿ ਜੇ ਆਪਾਂ ਮਾਈਂਡ ਫਰੀ ਹੋ ਕੇ ਕੰਮ ਕਰਾਂਗੇ ਕਿ ਯਾਰ ਨਹੀਂ ਬਸ ਇਹ ਸੀਨ ਹੈ, ਇਹਨੂੰ ਸਮਝ ਲਿਆ ਬਸ ਤੇ ਕਰੋ। ਇਹ ਬਹੁਤ ਡੂੰਗੀ ਗੱਲ ਕਹਿ ਗਏ। ਡੂੰਗੀ ਗੱਲ ਪੜ੍ਹਾਈ ਤੇ ਵੀ ਲਾਗੂ ਹੁੰਦੀ ਹੈ ਸਮੀਪ ਕਿ ਨਹੀਂ? ਹਾਂਜੀ ਹੁੰਦੀ ਹੈ, ਕਿਉਂਕਿ ਪੜ੍ਹਾਈ ਬਿਨਾਂ ਵੀ ਕੁਛ ਨਹੀਂ ਹੈ। ਇਸ ਲਾਈਨ ਦੇ ਵਿੱਚ ਵੀ ਮੈਂ ਬਣਾ ਰਹੂੰਗਾ, ਅਤੇ ਜਿਹੜੀ ਪੜ੍ਹਾਈ ਹੈ ਉਸ ਨੂੰ ਤਾਂ ਕੰਟੀਨਿਊ ਰੱਖਾਂਗਾ ਮੈਂ। ਜੀ, ਤੇ ਆਨਲਾਈਨ ਕਲਾਸਿਸ ਦਾ ਕੀ ਫਿਰ ਹੈਗਾ, ਧਿਆਨ ਲੱਗਦਾ ਹੈਗਾ? ਆਨਲਾਈਨ ਕਲਾਸਾਂ 'ਚ ਸੱਚੀ ਦੱਸਾਂ ਨਹੀਂ ਲੱਗਦਾ ਧਿਆਨ, ਕਿਉਂਕਿ ਜੋ ਸਕੂਲ 'ਚ ਪੜ੍ਹਾਈ ਹੋ ਸਕਦੀ ਹੈ ਆਨਲਾਈਨ ਤਾਂ ਬਿਲਕੁਲ ਨਹੀਂ ਹੋ ਸਕਦੀ। ਠੀਕ ਹੈ ਜੀ, ਤੇ ਸਟੱਡੀਜ਼ ਪੂਰੀ ਨਾਲ ਰੱਖੋ? ਹਾਂਜੀ ਬਿਲਕੁਲ ਰੱਖਣੀ ਪੈਣੀ ਹੈ ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ ਬਣੇ ਰਹਿਣ ਦੇ ਲਈ। ਥੈਂਕ ਯੂ। ਸੋ ਇਹ ਸੀ ਜੀ ਤੁਣਕਾ ਦੀ ਸਟਾਰ ਕਾਸਟ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਹਰਦੀਪ ਗਰੇਵਾਲ ਜੀ, ਹਸ਼ਨੀਨ ਚੌਹਾਨ ਔਰ ਸਮੀਪ ਨੇ ਵੀ ਗੱਲਬਾਤ ਕੀਤੀ। ਉਮੀਦ ਹੈ ਤੁਹਾਨੂੰ ਇਹ ਫਿਲਮ ਜਿਹੜੀ ਪਸੰਦ ਆਏਗੀ। 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਹੁਣ ਮੈਨੂੰ ਇਸ਼ਿਤਾ ਭਾਰਦਵਾਜ ਨੂੰ ਦਿਓ ਇਜਾਜ਼ਤ। ਕੈਮਰਾਮੈਨ ਸੁਨੀਲ ਦੇ ਨਾਲ, ਚੰਡੀਗੜ੍ਹ।